ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਔਰ ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜਦੋਂ ਅਮਰੀਕਾ ਦੇ ਵਿੱਚ ਸਾਲ ਦੇ 6ਵੇਂ ਮਹੀਨੇ ਦਾ ਆਖਰੀ ਦਿਨ ਯਾਨੀ 30 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਸਾਲ ਦਾ 7ਵਾਂ ਮਹੀਨਾ ਯਾਨੀ ਜੁਲਾਈ ਦੀ ਪਹਿਲੀ ਤਾਰੀਖ ਹੋ ਚੁੱਕੀ ਹੈ। ਅੱਜ ਦੇ ਪਾਕਿਸਤਾਨ ਦੇ ਨਾਲ ਜੁੜੇ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਇੰਡੀਆ ਮੁਜਬ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਹਾਂ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਲੈ ਸਿੰਧਾ ਸਮਝੌਤੇ ਬਾਰੇ ਇਸਲਾਮਾਬਾਦ ਚ ਹੋਇਆ ਇਕੱਠ ਮੁੱਕ ਗਿਆ। ਬੜੇ ਗਰਮਾ ਗਰਮ ਬਿਆਨ ਸਾਹਮਣੇ ਆਏ ਨੇ। ਇਹ ਬਿਆਨ ਕੀ ਨੇ ਤੇ ਕਿਦੇ ਜੀ ਇਹ ਇਕੱਠ ਹੈ ਜਿਹੜਾ ਇਹਦੇ ਚ ਲਗਭਗ ਮੁਲਕ ਦੀਆਂ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਜਿਹੜੇ ਉਹਨਾਂ ਦੀ ਲੀਡਰਸ਼ਿਪ ਨੇ ਸਾਂਝ ਪਾਈ। ਇਹਦੇ ਵਿੱਚ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਇਸਾਕ ਡਾਰ ਹੋਣੇ ਨੇ ਜਿਹੜੇ ਉਹਨਾਂ ਦਾ ਬਿਆਨ ਹੈ ਜਿਹੜਾ ਉਹ ਮੈਂ ਪਹਿਲੇ ਜ਼ਰੂਰ ਤੁਹਾਨੂੰ ਸੁਣਾਵਾਂਗਾ, ਜਿਨ੍ਹਾਂ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਹੈ ਕਿ ਸਿੰਧਾ ਸਮਝੌਤੇ ਨੂੰ ਮੁਕਾ ਕੇ ਪਾਕਿਸਤਾਨੀ ਪਾਣੀਆਂ ਦੇ ਨਾਲ ਭਾਰਤ ਖਿਲਵਾੜ ਕਰਨ ਤੋਂ ਬੰਦ ਰਵੇ। ਅਸੀਂ ਅਮਦ ਸੁਣਾ ਦਿੰਦੇ ਹਾਂ ਪਰ ਯਾਦ ਰੱਖਿਆ ਜਾਏ ਕਿ ਇਹ ਸਿਰਫ ਉਹ ਪਾਣੀ ਨਹੀਂ ਰੋਕਣ ਡਿਆ, ਸਾਡੇ 25 ਕਰੋੜ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਔਰ ਇਹਦੇ ਤੇ ਅਸੀਂ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਵਿਖਾਵਾਂਗੇ। ਅਸਲ ਦੇ ਵਿੱਚ ਇਸ ਇਕੱਠ ਨੂੰ ਪ੍ਰਵੀਨ ਨੇ ਜਿਹੜੇ ਕੋਈ ਪੋਲੀਟੀਕਲ ਔਰ ਇੰਟਰਨੈਸ਼ਨਲ ਰਿਲੇਸ਼ਨਸ ਦੇ ਪੰਡਤ ਨੇ ਨਾ, ਉਹ ਇਹ ਕਹਿ ਰਹੇ ਨੇ ਕਿ ਕਦੀ ਕਦੀ ਹੁੰਦਾ ਆ ਕਿ ਤੁਸੀਂ ਨਾ ਕੋਈ ਰੋਲਾ ਪਾ ਕੇ ਤੇ ਆਪਣੀ ਗੱਲ ਕਿਸੇ ਨੂੰ ਦੱਸਣੀ ਹੁੰਦੀ ਹੈ। ਪਾਕਿਸਤਾਨ ਨੇ ਇਹ ਸੈਮੀਨਾਰ ਕਰਕੇ ਔਰ ਇੰਟਰਨੈਸ਼ਨਲੀ ਇਹਨੂੰ ਪੋਰਟਰੇਟ ਕਰਕੇ ਆਪਣੀ ਗੱਲ ਹੈ ਜਿਹੜੀ ਉਹ ਦੁਨੀਆ ਨੂੰ ਦੋ ਟੋਕ ਦੱਸ ਦਿੱਤੀ ਹੈ ਕਿ ਇਹ ਹੱਦ ਜੇ, ਇਸ ਤੋਂ ਅੱਗੇ ਹੁਣ ਅਸੀਂ ਇਹ ਕਰਨ ਲੱਗੇ ਹਾਂ। ਉਦੋਂ ਜਦੋਂ ਕਿ ਭਾਰਤ ਦੇ ਵੱਲੋਂ ਉਹ 7-8 ਕਿਲੋਮੀਟਰ ਦੀ ਜਿਹੜੀ ਇੱਕ ਟਨਲ ਨਹਿਰ ਆ ਜਿਹੜੀ ਚਨਾਹ ਦੇ ਪਾਣੀ ਦਾ ਰੁਖ ਮੋੜ ਕੇ ਤੇ ਬਿਆਸ ਦੇ ਵਿੱਚ ਪਾਏਗੀ, ਉਹਦੇ ਟੈਂਡਰ ਦਿੱਤੇ ਜਾ ਚੁੱਕੇ ਨੇ। ਹੁਣ ਮਾਮਲੇ ਇਹ ਬਣ ਗਏ ਨੇ ਕਿ ਇਸ ਮਾਮਲੇ ਨੂੰ ਪਾਕਿਸਤਾਨ ਕਿੱਦਾਂ ਰੋਕਦਾ ਹੈ। ਭਾਰਤ ਵੱਲੋਂ ਜਦੋਂ ਇਹ ਮਾਮਲਾ ਹੋਇਆ, ਨਰਿੰਦਰ ਮੋਦੀ ਨੇ ਐਲਾਨ ਕੀਤਾ ਸਿੰਧਾ ਸਮਝੌਤਾ ਮੁੱਕ ਗਿਆ, ਪਾਕਿਸਤਾਨ ਆਲਮੀ ਸਾਲਸੀ ਅਦਾਲਤ ਚ ਗਿਆ, ਫੈਸਲਾ ਪਾਕਿਸਤਾਨ ਦੇ ਹੱਕ ਚ ਆਇਆ। ਇੰਡੀਆ ਉਸ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ। ਹੁਣ ਬਿਲਾਵਲ ਜ਼ਰਦਾਰੀ ਹੋਣਾ ਨੇ ਕੱਲ ਦੀ ਇਸ ਸੈਮੀਨਾਰ ਦੇ ਵਿੱਚ ਕੀਤੀ ਗੱਲਬਾਤ ਦੇ ਅੰਦਰ ਇਹ ਆਖਿਆ ਹੈ ਕਿ ਭਾਰਤ ਦਾ ਆਪ ਹੀ ਐਲਾਨ ਕਰ ਦੇਣਾ ਕਿ ਨਹੀਂ ਇਹ ਕੰਮ ਜਿਹੜਾ ਇਹਨੂੰ ਮੁਕਾਉਣ ਦੇ ਨਹੀਂ, ਇਹ ਕਿਸੇ ਪਾਸਿਓਂ ਵਾਰੇ ਨਹੀਂ ਹੈ। ਸਾਲਸ ਮੌਜੂਦ ਨੇ, ਵਰਲਡ ਬੈਂਕ ਇਹਦੇ ਤੇ ਜ਼ਾਮਨ ਹੈ। ਜਿਹੜਾ ਵੀ ਸ਼ਿਕਵਾ ਸ਼ਿਕਾਇਤ ਹੈ, ਰੀਜ਼ਨ ਹੈ, ਉਹ ਦੱਸਿਆ ਜਾਏ ਕਿ ਪਾਣੀ ਪਾਕਿਸਤਾਨ ਦੀ ਲਾਈਫਲਾਈਨ ਹੈ। ਗੱਲਬਾਤ ਦੇ ਨਾਲ, ਸਫਾਰਤੀ ਤਰੀਕੇ ਦੇ ਨਾਲ ਅਸੀਂ ਸਾਰੇ ਮਾਮਲੇ ਨੇ ਜਿਹੜੇ ਉਹਨਾਂ ਨੂੰ ਵੇਖਾਂਗੇ। ਬਟ ਇਸ ਤੋਂ ਬਾਅਦ ਇਸ ਤੋਂ ਅੱਗੇ ਇੱਕ ਪੈਰ ਜਾਣਾ ਪਿਆ ਜਿਹੜਾ ਕਿ ਇਸ਼ਾਰਾ ਜੰਗ ਔਰ ਲੜਾਈ ਵੱਲ ਹੈ। ਪਾਕਿਸਤਾਨ ਨੇ ਕਿਹਾ ਕਿ ਅਸੀਂ ਉਦੋਂ ਤੋਂ ਵੀ ਨਹੀਂ ਟਲਾਂਗੇ। ਇਹ ਮਾਮਲਾ ਹੁਣ ਇਹ ਪਹਿਲਾਂ ਕਸ਼ਮੀਰ ਦੇ ਮੁੱਦੇ, ਬਾਕੀ ਮਸਲੇ ਜਿਹੜੇ ਉਹ ਦੋਵੇਂ ਮੁਲਕਾਂ ਦੇ ਝੇੜੇ ਨਿਬੜੇ ਨਹੀਂ ਸੀਗੇ, ਇਹ ਹੁਣ ਇੱਕ ਪਾਣੀ ਦਾ ਜਿਹੜਾ ਇਹ ਗੱਲਬਾਤ ਤੋਂ ਏਦਾਂ ਹੀ ਲੱਗਣ ਡਿਆ ਕਿ ਭਾਰਤ ਦਾ ਖੜਾ ਕੀਤਾ ਨਵਾਂ ਮਸਲਾ ਆ ਜਿਹਦੇ ਨਾਲ ਦੋਵੇਂ ਮੁਲਕਾਂ ਦਾ ਮੁਤੱਕਾ ਅੱਜ ਨਹੀਂ ਕੱਲ, ਸਾਲ ਬਾਅਦ ਕਿਸੇ ਸੂਰਤ ਵੀ ਜਦੋਂ ਵੀ ਆ ਹੋ ਸਕਦਾ ਭਾਰਤ ਜਦੋਂ ਉਹ ਟਨਲ ਬਣਾਉਣਾ ਸ਼ੁਰੂ ਕਰ ਦੇਵੇ, ਪਾਕਿਸਤਾਨ ਵੱਲੋਂ ਕੋਈ ਰਿਐਕਸ਼ਨ ਆ ਜਾਵੇ। ਲੇਕਿਨ ਇਹ ਮਸਲੇ ਨੇ ਜਿਹੜੇ ਇਹ ਖਿਲਾਉਣੇ ਹੀ ਖਿਲਾਉਣੇ। ਮੌਲਾਨਾ ਫਜ਼ਲੁਰ ਰਹਿਮਾਨ ਅਤੇ ਬਿਲਾਵਲ ਜ਼ਰਦਾਰੀ ਨੇ ਮੀਡੀਆ ਇਕੱਠ ਚ ਆਖਿਆ ਹੈ ਕਿ ਕਸ਼ਮੀਰੀ ਕਮੇਟੀ ਵਾਲੇ ਗੱਲਬਾਤ ਕਰਨਾ ਚਾਹੁੰਦੇ ਨੇ। ਦੂਜੇ ਪਾਸੇ ਇਸ ਕਮੇਟੀ ਦਾ ਇੱਕ ਲੀਡਰ ਗ੍ਰਿਫਤਾਰ ਹੋਣ ਦੀ ਵੀ ਇਤਲਾ ਹੈ। ਜੀ ਬਿਲਕੁਲ, ਧਰਨਾ ਦੇਈ ਬੈਠੇ ਨੇ ਕਸ਼ਮੀਰ ਦੇ ਵਿੱਚ। ਕਹਿੰਦੇ ਨੇ ਕਿ ਮੁਜ਼ੱਫਰਾਬਾਦ ਚ ਕੁਝ ਦੁਕਾਨਾਂ ਜਿਹੜੀਆਂ ਉਹ ਖੁੱਲਣਾ ਸ਼ੁਰੂ ਹੋ ਗਈਆਂ। ਕਸ਼ਮੀਰ ਚ ਹੜਤਾਲ ਹੈ ਜਿਹੜੀ ਇਹ ਜ਼ਰਾ ਟਲਣ ਡਈ ਹੈ। ਇਹ ਇਹਨਾਂ ਦੇ ਜਿਹੜੇ ਇੱਕ ਲੀਡਰ ਨੇ ਉਹਨਾਂ ਦੀ ਗ੍ਰਿਫਤਾਰੀ ਦੀ ਬਿਲਕੁਲ ਤਸਦੀਕ ਕੀਤੀ ਗਈ ਹੈ। ਪਾਬੰਦੀ ਲੱਗੀ, ਇਹਨੂੰ ਹੁਣ ਤਨਜ਼ੀਮ ਕਹਾਂਗੇ ਅਸੀਂ, ਅਵਾਮੀ ਐਕਸ਼ਨ ਕਮੇਟੀ ਹੈ ਜਿਹੜੀ, ਇਹਦੇ ਜੀ ਇਹ ਪ੍ਰਧਾਨ ਨੇ ਸ਼ੌਕਤ ਨਵਾਜ਼ ਮੀਰ। ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਸ਼ਮੀਰ ਪੁਲਿਸ ਨੇ ਵੀ ਇਹਦੀ ਤਸਦੀਕ ਕਰ ਦਿੱਤੀ ਹੈ। ਜਿਹੜੇ ਡਿਪਟੀ ਕਮਿਸ਼ਨਰ ਨੇ ਮੁਜ਼ੱਫਰਾਬਾਦ, ਉਹਨਾਂ ਨੇ ਵੀ ਆਖਿਆ, ਉਹਨਾਂ ਆਖਿਆ ਮੁਜ਼ੱਫਰਾਬਾਦ ਔਰ ਬਾਗ ਜ਼ਿਲ੍ਹਾ ਇਹ ਦੋਵਾਂ ਦੀ ਹੱਦ ਦੇ ਵਿੱਚ ਹੈ ਜਿਹੜਾ ਉਹ ਗ੍ਰਿਫਤਾਰ ਕੀਤਾ ਹੈ। ਪੁਲਿਸ ਜ਼ਰੀਏ ਨੇ ਜਿਹੜੇ ਉਹ ਵੀ ਇਹਨਾਂ ਦੀ ਗ੍ਰਿਫਤਾਰੀ ਦੀ ਤਸਦੀਕ ਕਰਨ ਦੇ ਨੇ। ਇਧਰ ਜਿਹੜੀ ਗੱਲਬਾਤ ਹੋਈ ਹੈ ਮੌਲਾਨਾ ਫਜ਼ਲੁਰ ਰਹਿਮਾਨ ਦੀ ਔਰ ਬਿਲਾਵਲ ਜ਼ਰਦਾਰੀ ਹੋਣਾ ਦੀ। ਬਿਲਾਵਲ ਜ਼ਰਦਾਰੀ ਹੋਣਾ ਦੇ ਦੋ ਟੋਕ ਕਹਿਤਾ ਹੈ ਜੀ, ਕਸ਼ਮੀਰੀਆਂ ਦਾ ਇਹ ਮਾਮਲਾ, ਇਹ ਮੁੱਦਾ, ਇਹ ਮਸਲਾ ਹੈ ਜਿਹੜਾ ਇਹਨੂੰ ਹੱਲ ਕਰਨ ਵਾਸਤੇ ਜਿਹੜਾ ਨੁਕਸਾਨ ਮੈਨੂੰ ਹੋਣਾ ਹੈ ਨਾ, ਮੈਂ ਉਸ ਨੁਕਸਾਨ ਵਾਸਤੇ ਤਿਆਰ ਹਾਂ। ਇਹ ਬਹੁਤ ਵੱਡਾ ਇੱਕ ਬਿਆਨ ਆ ਇੱਕ ਪਾਰਟੀ ਲੀਡਰ ਤੇ ਬਿਲ ਆਖਰ ਹੈ ਨੇ। ਮੌਲਾਨਾ ਫਜ਼ਲੁਰ ਰਹਿਮਾਨ ਦਾ ਆਖਣਾ ਹੈ ਕਿ ਅਵਾਮੀ ਐਕਸ਼ਨ ਕਮੇਟੀ ਵਾਲਿਆਂ ਨੇ ਇੱਕ ਕਹਿ ਲਵੋ ਕਿ ਜੱਥਾ ਸਾਡੇ ਕੋਲ ਭੇਜਿਆ ਜਿਹਦੇ ਤੇ ਉਹ ਕਹਿੰਦੇ ਨੇ ਕਿ ਸਾਡੀ ਤੇ ਹਕੂਮਤ ਦੀ ਗੱਲਬਾਤ ਜਿਹੜੀ ਉਹ ਕਰਾ ਕੇ ਤੇ ਮਾਮਲਾ ਜਿਹੜਾ ਮਸਲਾ ਜਿਹੜਾ ਉਹ ਨਿਬੇੜੋ, ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਉਹ ਮੰਨ ਲਈਆਂ ਜਾਣ। ਜਦ ਕਿ ਇਸ ਵੇਲੇ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਖਾਜਾ ਆਸਫ ਦੇ ਬਿਆਨਾਂ ਨੂੰ ਅਗਰ ਮੈਂ ਮੁੱਖ ਰੱਖਾਂ
ਤੇ ਮੇਰਾ ਨਹੀਂ ਖਿਆਲ ਕਿ ਉਹ ਕਿਸੇ ਇਹੋ ਜਿਹੇ ਮੂਡ 'ਚ ਨਜ਼ਰ ਆਉਂਦੇ ਨੇ, ਅਦਰਵਾਈਜ਼ ਇਹਨਾਂ ਤੇ ਪਾਬੰਦੀ ਹੀ ਨਾ ਲਾਈ ਜਾਂਦੀ। ਪਾਬੰਦੀ ਲੱਗੀ ਤਨਜ਼ੀਮ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਮੁਲਕ ਦੁਸ਼ਮਣ ਡਿਕਲੇਅਰ ਕਰ ਦਿੱਤਾ ਗਿਆ। ਹੁਣ ਇਹ ਲੋਕ ਵੀ ਆਪਣੇ ਜਲਸਿਆਂ 'ਚ ਕਹਿਣ ਦੇ ਨੇ ਕਿ ਜੀ ਅਸੀਂ ਅੱਤਗਰਦ ਨਹੀਂ ਗਏ ਹੈ। ਖਾਜਾ ਆਸਫ ਦਾ ਆਖਣਾ ਕਿ ਇਹਨਾਂ ਨੇ ਉਹੀ ਬਿਆਨ ਦਿੱਤਾ ਸੀਗਾ ਨਾ ਕਿ ਬਲੋਚਿਸਤਾਨ ਤੋਂ ਤੇ KPK ਤੋਂ ਤੇ ਲਾਸ਼ਾਂ ਵਾਪਸ ਆ ਜਾਂਦੀਆਂ, ਸਾਡੇ ਇੱਥੇ ਸਿੱਧੇ ਹੋਏ ਤੇ ਅਸੀਂ ਲਾਸ਼ਾਂ ਵੀ ਨਹੀਂ ਦੇਣੀਆਂ। ਔਰ ਜਿੰਨੇ ਕਿ ਕਸ਼ਮੀਰੀ ਇਹ ਹੈ ਨਾ, ਮੈਂ ਇਹਨੇ ਨੂੰ ਕਸ਼ਮੀਰੀ ਮੰਨਦਾ ਵੀ ਨਹੀਂ ਗਿਆ ਹੈ, ਬੜੇ ਸਖਤ ਬਿਆਨ ਨੇ ਜਿਹੜੇ ਉਹ ਆਏ। ਬਲਾਵਲ ਹੋਣਾ ਨੇ ਉਹਨਾਂ ਬਿਆਨਾਂ ਦੀ ਵੀ, ਖਾਜਾ ਆਸਫ ਦੇ ਬਿਆਨਾਂ ਦੀ ਨਿੰਦਿਆ ਕੀਤੀ ਹੈ। ਹੁਣ ਉਹਨਾਂ ਦਾ ਇਹ ਆਖਣਾ ਕਿ ਜੀ ਮੈਂ ਤੇ ਮਸਲਾ ਨਿਬੇੜਨਾ, ਇਹਦਾ ਮਤਲਬ ਹੈ ਕਿ ਇੱਕ ਲੀਡਰ ਇੱਕ ਪਾਰਟੀ ਦਾ, ਪਾਕਿਸਤਾਨ ਪੀਪਲਸ ਪਾਰਟੀ, ਇਸ ਮਾਮਲੇ ਦੇ ਉੱਤੇ ਸਿੱਧੀ ਹੋ ਗਈ ਹੈ ਕਿ ਜੀ ਅਸੀਂ ਮਸਲਾ ਨਿਬੇੜਨਾ ਹੈ, ਨਹੀਂ ਧਾਦੀ ਰਹਿੰਦੇ, ਨਹੀਂ ਸਾਡੇ ਨਾਲ ਨੂਨ ਲੀਗ ਖੁਸ਼ ਹੁੰਦੀ ਤੇ ਨਾ ਰਵੇ, ਪਰ ਅਸੀਂ ਇਸ ਮਾਮਲੇ ਨੂੰ ਸਿਰੇ ਲਾਉਣਾ ਹੀ ਲਾਉਣਾ। ਮੌਲਾਨਾ ਫਜ਼ਲੁਰ ਰਹਿਮਾਨ ਵੱਲੋਂ ਇਹ ਤਸਦੀਕ ਕਿ ਉਹਨਾਂ ਨੇ ਬੰਦੇ ਭੇਜੇ ਨੇ, ਗੱਲਬਾਤ ਹੈ ਜਿਹੜੀ ਇਹਦੇ ਨਾਲ ਹੀ ਮਾਮਲੇ ਸਿਰੇ ਚਾੜਨੇ ਚਾਹੀਦੇ ਆ। ਬਰਫ਼ ਖੁਰਦੀ ਤੇ ਨਜ਼ਰ ਆਉਣ ਡਈ ਹੈ, ਪਰ ਹਜੇ ਤੱਕ ਹੁਕਮਰਾਨ ਜਮਾਤ ਵੱਲੋਂ ਕੋਈ ਬਿਆਨ ਹੈ ਜਿਹੜਾ ਉਹ ਸਾਹਮਣੇ ਨਹੀਂ ਆਇਆ। ਪ੍ਰਾਈਮ ਮਿਨਿਸਟਰ ਨੇ ਇਮਰਾਨ ਖਾਨ ਦੀ ਪਾਰਟੀ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ, ਪਰ ਪਾਰਟੀ ਪ੍ਰਧਾਨ ਦਾ ਆਖਣਾ ਹੈ ਕਿ ਪਹਿਲੇ ਮਾਹੌਲ ਬਣਾਓ। ਜੀ ਬਿਲਕੁਲ, ਨੈਸ਼ਨਲ ਅਸੈਂਬਲੀ 'ਚ ਤਕਰੀਰ ਕਰਦਿਆਂ ਹੋਏ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਇਹ ਆਖਿਆ ਸੀਗਾ ਕਿ ਮੁਲਕ ਤਾਂ ਹੀ ਅੱਗੇ ਵੱਧਦਾ, ਅਸੀਂ ਪਹਿਲਾਂ ਤੇ ਸਿਆਸੀ ਨਿਜ਼ਾਮ ਦੇ ਉੱਤੇ, ਜਮਹੂਰੀ ਨਿਜ਼ਾਮ ਦੇ ਉੱਤੇ ਯਕੀਨ ਰੱਖਨੇ ਆ, ਫਿਰ ਅਸੀਂ ਇਸ ਨਿਜ਼ਾਮ ਦੇ ਨਾਲ ਜੁੜੇ ਹਰ ਜੀ ਨੂੰ ਇਹ ਸੱਦਾ ਦੇਨੇ ਆ ਕਿ ਗੱਲਬਾਤ ਹੀ ਮਸਲਿਆਂ ਦਾ ਹੱਲ ਹੁੰਦੀ ਹੈ। ਬਿਲ ਆਖਰ ਕਿੰਨਾ ਵੀ ਲੰਮਾ ਹੋ ਜਾਵੇ ਮਾਮਲਾ, ਗੱਲਬਾਤ ਦੇ ਨਾਲ ਹੀ ਨਿਬੜਦਾ। ਇਸ ਕਰਕੇ ਮੈਂ ਆਪੋਜੀਸ਼ਨ ਤੋਂ ਮੁਰਾਦ ਹੈ ਇਮਰਾਨ ਖਾਨ ਦੀ ਸਿਆਸੀ ਪਾਰਟੀ ਔਰ ਸਰਕਾਰ ਮੁਖਾਲਫ ਧੜੇ ਨੇ ਜਿਹੜੇ, ਉਹ ਮੁੱਦਾ ਇੱਕ ਹੀ ਹੈ, ਇਮਰਾਨ ਖਾਨ, ਉਹਦੀ ਰਿਹਾਈ ਜਾਂ ਉਹ ਮਾਮਲਾ, ਉਹਦੇ ਤੇ ਬਹਿ ਕੇ ਤੇ ਗੱਲਬਾਤ ਕਰਨੇ ਆ। ਬੈਰਿਸਟਰ ਗੋਹਰ ਹੋਣਾ ਦਾ ਆਖਣਾ ਹੈ ਕਿ ਇੱਕ ਪਾਸੇ ਗੱਲਬਾਤ ਤਾਂ ਕਹੀ ਜਾਣਦੇ ਨੇ, ਦੂਜੇ ਪਾਸੇ ਸਾਡੇ ਲੋਕ ਗ੍ਰਿਫਤਾਰ ਕਰੀ ਜਾਣਦੇ ਨੇ, ਅਦਾਲਤਾਂ 'ਚ ਸਾਡੇ ਕੇਸ ਨਹੀਂ ਲੱਗਣ ਦੇ, ਜਿਹੜੇ ਸਾਡੇ ਲੋਕ ਗ੍ਰਿਫਤਾਰ ਨੇ ਉਹਨਾਂ ਨੂੰ ਸਜ਼ਾਵਾਂ ਸੁਣਾਈਆਂ ਜਾ ਰਹੀਆਂ। ਏਦਾਂ ਗੱਲਬਾਤ ਨਹੀਂ ਹੁੰਦੀ ਕਿ ਸਾਡੇ ਲੋਕਾਂ ਨੂੰ ਤੁਸੀਂ ਨੱਪੀ ਵੀ ਰੱਖੋ, ਉਹਨਾਂ ਨੂੰ ਰਗੜਾ ਵੀ ਦੇਈ ਜਾਵੋ ਔਰ ਉਸ ਤੋਂ ਬਾਅਦ ਕਹੋਗੇ ਗੱਲਬਾਤ। ਇਹ ਤਾਂ ਤੁਸੀਂ ਗੱਲਬਾਤ ਦਾ ਮਤਲਬ ਇਹ ਹੈ ਕਿ ਸਾਨੂੰ ਸੱਦ ਕੇ ਧਮਕੀ ਦੇਣੀ। ਪਹਿਲੇ ਇਹਦੇ ਵਾਸਤੇ ਇੱਕ ਮਾਹੌਲ ਬਣਾਓ। ਇਹ ਇਸ਼ਾਰੇ ਜਿਹੜੇ ਉਹਨਾਂ ਦਿੱਤੇ ਨੇ ਕਿ ਲੋਕਾਂ ਨੂੰ ਸਜ਼ਾਈਆਂ ਜਿਹੜੀਆਂ ਸੁਣਾਈਆਂ ਜਾ ਰਹੀਆਂ, ਲੀਡਰਸ਼ਿਪ ਜਿਹੜੀ ਗ੍ਰਿਫਤਾਰ ਹੈ, ਮੇਰੇ ਆ ਇਸ਼ਾਰਾ ਸ਼ਾਹ ਮਹਿਮੂਦ ਕੁਰੈਸ਼ੀ ਤੋਂ ਲੈ ਕੇ ਯਾਸਮੀਨ ਰਾਸ਼ਦ ਡਾਕਟਰ ਨੇ ਜਿਹੜੀਆਂ, ਉਹਨਾਂ ਤੱਕ ਔਰ ਬਾਕੀ ਲੋਕ ਨੇ, ਇਹਨਾਂ ਨੂੰ ਰੋਕਿਆ ਜਾਏ, ਮਾਹੌਲ ਬਣਾਇਆ ਜਾਏ ਕਿ ਤੁਸੀਂ ਗੱਲਬਾਤ ਕਰਨ ਲਈ ਸੀਰੀਅਸ ਜੇ। ਜਦੋਂ ਇਹੋ ਜਿਹਾ ਹੋਏਗਾ ਤਾਂ ਫਿਰ ਗੱਲਬਾਤ ਹੋਏਗੀ। ਗੱਲਬਾਤ ਤੋਂ ਅਸੀਂ ਇਨਕਾਰੀ ਨਹੀਂ ਹੈ, ਅਸੀਂ ਇਹ ਮੰਗ ਕਰਨੇ ਆ ਕਿ ਪਹਿਲਾਂ ਗੱਲਬਾਤ ਵਾਸਤੇ ਮਾਹੌਲ ਉਹ ਬਣਾਇਆ ਜਾਏ, ਸਿਆਸੀ ਮੁਕੱਦਮੇ ਜਿਹੜੇ ਹਰ ਦੂਜੇ ਦਿਨ ਠੋਕੇ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾਏ, ਉਹਨਾਂ ਤੇ ਸਜ਼ਾਵਾਂ ਜਿਹੜੀਆਂ ਸੁਣਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਮੁਕਾਇਆ ਜਾਏ। ਫਿਰ ਪਤਾ ਲੱਗੇਗਾ ਕਿ ਇਹ ਮਾਮਲਾ ਹੈ। ਨੁਕਤਾਚੀਨੀ ਜਿਹਨੂੰ ਕਹਿੰਦੇ ਨੇ ਢੱਕੇ ਜਿਹੇ ਲਫ਼ਜ਼ਾਂ 'ਚ ਉਹਨਾਂ ਨੇ ਅਦਾਲਤਾਂ ਤੇ ਵੀ ਕੀਤੀ ਕਿ ਇਸ ਵੇਲੇ ਅਦਾਲਤਾਂ ਨੇ ਜਿਹੜੀਆਂ ਉਹ ਵੀ ਇਨਸਾਫ ਨਹੀਂ ਦੇਣ ਡਈਆਂ ਤੇ ਸਾਡੇ ਨਾਲ ਤੇ ਹਰ ਪਾਸੇ ਧੱਕਾ ਹੋਣ ਡਿਆ ਆ। ਉਸ ਧੱਕੇ ਨੂੰ ਵੀ ਕਰੀ ਜਾਓ ਤੁਸੀਂ, ਯਾਨੀ ਰਗੜਾ ਵੀ ਦੇਈ ਜਾਓ, ਰੋਕੋ, ਅੱਛਾ ਚਲੋ ਆ ਕੇ ਗੱਲਬਾਤ ਕਰੋ, ਏਦਾਂ ਨਹੀਂ ਹੋਣਾ। ਇਹ ਉਹਨਾਂ ਦੀ ਗੱਲ ਦਾ ਨਿਚੋੜ ਹੈ ਜੀ। ਪਾਕਿਸਤਾਨ ਨੇ ਆਖਿਆ ਹੈ ਕਿ 10 ਜੁਲਾਈ ਤੋਂ ਹੁਣ ਅਫਗਾਨਾਂ ਨੂੰ ਕੱਢਾਂਗੇ ਨਹੀਂ, ਗ੍ਰਿਫਤਾਰ ਕਰਾਂਗੇ। ਜ਼ਾਹਰ ਇੱਕ ਡੈਡਲਾਈਨ ਜਿਹੜੀ ਦਿੱਤੀ ਹੈ, ਇਹ ਅਫਗਾਨ ਗੈਰ ਕਾਨੂੰਨੀ ਨੇ। ਇਹ ਵੀ ਵੇਖੋ, ਜਿਹੜੇ ਕਾਨੂੰਨੀ ਨੇ ਉਹਨਾਂ ਦੇ ਨਾਲ ਪਾਕਿਸਤਾਨ ਨੇ ਜੋ ਮਾਮਲੇ ਹੈ ਸਨ ਉਹ ਹੈ ਹੀ ਸਨ। ਗੈਰ ਕਾਨੂੰਨੀ ਜਿਨ੍ਹਾਂ ਦਾ ਇੱਕ ਬੰਦਾ ਇੱਥੇ, ਬਾਕੀ ਬਾਰਡਰ ਟੱਪ ਕੇ ਆਏ ਆ, ਅਫਗਾਨ ਬਸਤੀਆਂ 'ਚ ਰਹਿਣ ਦੇ ਨੇ, ਬਾਕੀ ਮਾਮਲੇ ਨੇ, ਉਹਨਾਂ ਨੂੰ ਉਹਨਾਂ ਆਖਿਆ ਕਿ ਗੈਰ ਕਾਨੂੰਨੀ ਜਿੰਨੇ ਅਫਗਾਨੀ ਨੇ ਹੁਣ 10 ਜੁਲਾਈ ਤੋਂ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਨ ਜਾ ਰਹੇ ਹਾਂ। ਇਹ ਸਰਕਾਰੀ ਐਲਾਨ ਕਰ ਦਿੱਤਾ ਹੈ। ਹੁਣ ਉਹਨਾਂ ਦੇ ਨਾਲ ਰਿਆਇਤ ਨਹੀਂ ਹੋਏਗੀ, ਉਹਨਾਂ ਨੂੰ ਮੋਹਲਤ ਨਹੀਂ ਦਿੱਤੀ ਜਾਏਗੀ ਕਿ ਉਹ ਕੈਂਪਾਂ 'ਚ ਆ ਜਾਣ, ਕੈਂਪਾਂ ਤੋਂ ਉਹਨਾਂ ਨੂੰ ਅਫਗਾਨਿਸਤਾਨ ਦੇ ਹਵਾਲੇ ਕਰ ਦਿੱਤਾ ਜਾਏ। ਹੁਣ ਸਿਰਫ ਔਰ ਸਿਰਫ ਗ੍ਰਿਫਤਾਰ ਹੋਣਗੇ ਔਰ ਪਾਕਿਸਤਾਨੀ ਕਾਨੂੰਨ ਦੀ ਉਲੰਘਣਾ ਕਰਨ ਦੇ ਉੱਤੇ, ਪਾਕਿਸਤਾਨੀ ਕਾਨੂੰਨ ਨੂੰ ਤੋੜਨ ਦੇ ਉੱਤੇ ਜਿਹੜਾ ਸਾਡਾ ਕਾਨੂੰਨ ਸਜ਼ਾ ਕਹਿੰਦਾ ਆ, ਉਹਨਾਂ ਨੂੰ ਉਹ ਭੁਗਤਣੀ ਪਏਗੀ। ਮਹਾਜਰਾਂ ਦੀ UNO ਦੇ ਮਤਹਿਤ ਕੰਮ ਕਰਦੀ ਜਿਹੜੀ ਇੰਟਰਨੈਸ਼ਨਲ ਤਨਜ਼ੀਮ ਹੈ UNHCR, ਉਹਨੇ ਆਖਿਆ ਕਿ ਪਾਕਿਸਤਾਨ ਇਹ ਕੰਮ ਜਿਹੜਾ ਇਹ ਠੀਕ ਨਹੀਂ ਕਰਨ ਡਿਆ। ਇਹਦੇ ਵਿੱਚ ਕਹਿਣ ਦੇ ਨੇ ਕਿ ਸਭ ਤੋਂ ਵੱਡਾ ਕੰਮ ਪਾਕਿਸਤਾਨ ਨੇ ਇਸ ਕੀਤਾ, ਕਰਾਚੀ 'ਚ ਰੇਂਜਰਸ ਹੈਡਕੁਆਟਰ ਦੇ ਉੱਤੇ ਹਮਲਾ ਹੋਇਆ। ਤਾਲਿਬਾਨਾਂ ਦੀ ਇੱਕ ਜੜਾ ਜਮਾਤ-ਉਲ ਇਹਰਾਰ ਪਾਬੰਦੀ ਲੱਗੀ ਤਨਜ਼ੀਮ, ਉਹਨੇ ਇਹਦੀ ਪਾਬੰਦੀ ਕਬੂਲ ਕੀਤੀ। ਮਾਰੇ ਗਏ ਅਤਗਰਦਾਂ ਦੇ ਵਿੱਚੋਂ ਜਿਹੜਾ ਇੱਕ ਫੱਟਰ ਫੜਿਆ ਗਿਆ, ਉਹ ਮੰਨਣ ਡਿਆ ਕਿ ਜੀ ਮੈਂ ਅਫਗਾਨ ਸ਼ਹਿਰੀ ਹਾਂ। ਬਿਲਕੁਲ ਜੀ, ਮੇਰੀ ਸਿਟੀਜ਼ਨਸ਼ਿਪ ਅਫਗਾਨੀ ਹੈ। ਮੈਂ ਇਹ ਲੜਨ ਦੀ ਟ੍ਰੇਨਿੰਗ ਵੀ ਅਫਗਾਨਿਸਤਾਨ 'ਚ ਕੈਂਪਾਂ ਦੇ ਵਿੱਚੋਂ ਲਈ। ਕਿਹੜੇ ਕੈਂਪਾਂ 'ਚੋਂ ਲਈ ਉਹਨੇ ਫਿਰ ਦੱਸਿਆ। ਉਹਨਾਂ ਕੈਂਪਾਂ, ਉਹਨਾਂ ਟਿਕਾਣਿਆਂ, ਉਹਨਾਂ ਇਲਾਕਿਆਂ ਦੇ ਪਾਕਿਸਤਾਨ ਨੇ ਹਮਲਾ ਕੀਤਾ। ਹੁਣ ਇੰਡੀਆ ਜਿਹੜਾ ਉਹ ਨਿੰਦਿਆ ਕਰਨ ਡਿਆ, ਨਹੀਂ ਅਸੀਂ ਅਫਗਾਨਿਸਤਾਨ ਦੇ ਨਾਲ ਖੜੇ ਹਾਂ। ਪਾਕਿਸਤਾਨ ਕਹਿਣ ਡਿਆ ਕਿ ਅਸੀਂ ਇੰਟੈਲੀਜੈਂਸ ਬੇਸਡ ਰਿਪੋਰਟਾਂ ਨੇ ਜਿਹੜੀਆਂ ਉਹ ਜਾਂ ਫੱਟਰ ਬੰਦੇ ਨੇ ਜਿਹੜੇ ਟਿਕਾਣੇ ਦੱਸੇ ਉਹਨਾਂ ਤੇ ਹਮਲਾ ਕੀਤਾ। ਅਫਗਾਨਿਸਤਾਨ ਦਾ ਇਹ ਕਹਿਣਾ ਹੈ ਕਿ ਬੇਗੁਨਾਹ ਲੋਕ ਮਾਰੇ ਜਾ ਰਹੇ ਨੇ। UNO ਦਾ ਇਹ ਕਹਿਣਾ ਹੈ ਕਿ ਇਹ ਜੀ ਹਮਲੇ ਨੇ ਜਿਹੜੇ ਇਹ ਠੀਕ ਨਹੀਂ, ਕਿ ਪਾਕਿਸਤਾਨ ਨੂੰ ਇਹਤਿਆਤ ਕਰਨੀ ਚਾਹੀਦੀ ਹੈ। ਜਿਹੜੇ ਜਨਰਲ ਸਕੱਤਰ ਨੇ UNO ਦੇ, ਉਹ ਕਹਿੰਦੇ ਨੇ ਕਿ ਮਾਮਲੇ ਨੂੰ ਸਫਾਰਤੀ ਤੌਰ ਤਰੀਕੇ ਦੇ ਨਾਲ ਨਿਭਾਓ। ਪਾਕਿਸਤਾਨ ਦਾ ਇਹ ਕਹਿਣਾ ਹੈ ਕਿ ਅਸੀਂ ਜਦੋਂ ਗੱਲਬਾਤ ਕਰਨੇ ਹੋ, ਭਾਵੇਂ ਸਊਦੀ ਅਰਬ ਦੀ ਅਗਵਾਈ 'ਚ ਹੋਵੇ, ਕਤਰ ਦੀ ਅਗਵਾਈ ਦੇ ਵਿੱਚ ਹੋਵੇ, UAE ਦੀ ਅਗਵਾਈ ਦੇ ਵਿੱਚ ਹੋਵੇ, ਉਹ ਚਾਈਨਾ ਦੀ ਅਗਵਾਈ ਦੇ ਵਿੱਚ ਹੋਵੇ, ਤੁਰਕੀ ਦੀ ਅਗਵਾਈ 'ਚ ਹੋਵੇ, ਤਾਲਿਬਾਨ ਸਾਨੂੰ ਜ਼ਮਾਨਤ ਦੇਣ ਨੂੰ ਤਿਆਰ ਹੀ ਨਹੀਂ। ਉਹ ਤੇ ਇਹ ਵੀ ਗੱਲ ਨਹੀਂ ਕਿ ਮੰਨਦੇ ਕਿ ਜੀ ਇਹ ਅਤਗਰਦ ਗਰੁੱਪ ਨੇ ਜਿਹੜੇ ਉੱਥੇ ਹੈ ਨੇ, ਇਸ ਕਰਕੇ ਅਸੀਂ ਕਾਰਵਾਈਆਂ ਕਰਨੇ ਆ। ਹੁਣ ਪਾਕਿਸਤਾਨ ਨੇ ਇਹ ਫੈਸਲਾ ਕੀਤਾ ਹੈ ਕਿ ਨਹੀਂ ਜੀ ਬਸ, ਇਹ ਜਦੋਂ ਤੱਕ ਅਫਗਾਨੀ ਇੱਥੇ ਹੈ ਨੇ, ਇਹ ਕੈਂਪਾਂ ਦੇ ਵਿੱਚ ਰਹਿ ਕੇ ਲੜਾਕੂ ਹੀ ਬਣਨੇ ਆ, ਅਤਗਰਦੀ ਬਣਨੇ ਆ, ਹਮਲਾਵਰ ਹੀ ਬਣਨੇ ਆ। ਇਸ ਕਰਕੇ ਇਹਨਾਂ ਦਾ ਸਫਾਇਆ ਉਕਾ ਪੁਕਾ ਕਰੋ ਔਰ ਇਹਨਾਂ ਨੂੰ ਇਥੋਂ ਛੁੱਟੀ ਕਰਾਓ। ਇਹਨਾਂ ਨੂੰ ਅਸੀਂ ਕੱਢਣਾ ਔਰ ਉਹਦੇ ਲਈ 10 ਜੁਲਾਈ ਦੀ ਤਾਰੀਖ ਹੈ ਜਿਹੜੀ ਉਹ ਐਲਾਨ ਦਿੱਤੀ ਗਈ। ਲਾਹੌਰ 'ਚ ਟਿਊਸ਼ਨ ਸੈਂਟਰ ਦਾ ਲੈਂਟਰ ਡਿੱਗ ਪਿਆ।
14 ਬੱਚਿਆਂ ਦੇ ਮੌਤ ਸਮੇਤ 5 ਸਖਤ ਫਟਰ ਨੇ ਤੇ ਹੋਰ ਵੀ ਬੱਚਿਆਂ ਦੀਆਂ ਮੌਤਾਂ ਦਾ ਖਤਰਾ ਹੈ। ਜੀ ਬਿਲਕੁਲ ਜੀ, ਰੈਸਕਿਊ 1122 ਨੇ ਇਹ ਬਹੁਤ ਇੱਕ ਮਨ ਦਿਖਾਉਂਦੀ ਖਬਰ ਹੈ ਜਿਹੜੀ ਲਾਹੌਰ ਦਾ ਇਲਾਕਾ ਜੀ ਕਾਣਾ, ਉੱਥੇ ਆ ਕਚੂਆਣਾ ਰੋਡ, ਉੱਥੇ ਇੱਕ ਟਿਊਸ਼ਨ ਸੈਂਟਰ ਸੀਗਾ, ਉੱਥੇ ਬੱਚੇ ਪੜਨ ਜਾਂਦੇ ਸੀਗੇ ਔਰ ਬੱਚਿਆਂ ਦੀਆਂ ਉਮਰਾਂ ਪ੍ਰਵੀਨ ਸਾਰੀਆਂ 5 6 7 8 ਸਾਲ ਜਿਹੜੇ ਇਹ ਮੌਣ ਵਾਲੇ 14 ਬੱਚੇ ਇਹ ਦੱਸੀਆਂ ਗਈਆਂ। ਲੈਂਟਰ ਅਚਾਨਕ ਡਿੱਗਾ, ਬੱਚੇ ਉੱਥੇ ਟਿਊਸ਼ਨ ਪੜਨ ਦੇ ਸੀਗੇ, ਮਲਬੇ ਦੇ ਥੱਲੋਂ ਜਿਹੜੇ 4 ਜੀਂਦਿਆਂ ਕੱਢੇ ਨੇ 5, ਉਹਨਾਂ ਦੀ ਵੀ ਕਹਿੰਦੇ ਕਿ ਹਾਲਤ ਜਿਹੜੀ ਉਹ ਖਤਰੇ 'ਚ ਹੈ, ਹਸਪਤਾਲ ਤੇ ਅਪੜਾ ਦਿੱਤਾ ਗਿਆ ਹੈ। ਪਰ 14 ਮੌਤਾਂ ਦੀ ਤਸਦੀਕ ਰੈਸਕਿਊ 1122 ਨੇ ਕੀਤਾ ਹੈ ਕਿ ਇਹ ਬੱਚੇ ਮੋਏ ਨਿਕਲੇ। ਮਣਾ ਦਾ ਭਾਰ ਸੀਗਾ ਲੈਂਟਰ ਦਾ ਔਰ ਉਸ ਤੋਂ ਬਾਅਦ ਇਸ ਮਕਾਨ ਦਾ ਮਾਲਕ ਹੈ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟਿਊਸ਼ਨ ਸੈਂਟਰ ਜਿਨ੍ਹਾਂ ਨੇ ਖੋਲਿਆ ਸੀਗਾ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਔਰ ਜਾਨ ਵਾਲਿਆਂ ਦੇ ਬੱਚੇ ਚਲੇ ਗਏ ਨੇ। ਵੇਖੋ ਹੁਣ ਇਹਨੂੰ ਗਲਤੀ ਕਰਾਰ ਦਿੱਤਾ ਜਾਂਦਾ ਹੈ, ਕੋਈ ਇਨਵੈਸਟੀਗੇਸ਼ਨ ਉਹਦਾ ਤੇ ਲੈਂਦੇ ਪੰਜਾਬ ਦੀ ਜਿਹੜੀ ਸੀਐਮ ਮਰੀਮ ਨਵਾਜ਼ ਉਹਨਾਂ ਨੇ ਇਹਦੇ ਤੇ ਰਿਪੋਰਟ ਮੰਗ ਲਈ ਹੈ। ਰਿਪੋਰਟ ਮੰਗਣ ਦੇ ਨਾਲ ਜਿਨ੍ਹਾਂ ਦੇ ਚਲੇ ਗਏ ਨੇ ਉਹ ਤੇ ਨਹੀਂ ਵਾਪਸ ਆ ਜਾਣੇ ਔਰ ਉਸ ਤੋਂ ਬਾਅਦ ਬਹੁਤੇ ਦੁੱਖ ਦੀ ਗੱਲ ਇਹ ਹੁੰਦੀ ਹੈ ਕਿ ਇਸ ਬਾਰੇ ਰਿਪੋਰਟ ਜਿਹੜੀ ਹੁੰਦੀ ਹੈ ਜਾਂ ਗੱਲਬਾਤ ਜਿਹੜੀ ਹੁੰਦੀ ਹੈ ਉਹਦਾ ਰੰਗ ਢੰਗ ਇਹੋ ਜਿਹਾ ਹੁੰਦਾ ਹੈ ਕਿ ਮੌਨ ਵਾਲਿਆਂ ਨੂੰ ਹੋਰ ਪੀੜ ਹੁੰਦੀ ਹੈ। ਉਹ ਜੀ ਛੱਤ ਪੁਰਾਣੀ ਸੀਗੀ, ਕਿਉਂ ਪੁਰਾਣੀ ਸੀਗੀ? ਜੇ ਪੁਰਾਣੀ ਸੀਗੀ ਤੇ ਕੀ ਪਾਕਿਸਤਾਨ ਦੇ ਵਿੱਚ ਜਾਂ ਪੰਜਾਬ ਦੇ ਅੰਦਰ ਕੋਈ ਇਹੋ ਜਿਹਾ ਤਰੀਕਾ ਮਿਥਿਆ ਆ ਕਿ ਟਿਊਸ਼ਨ ਸੈਂਟਰ ਖੋਲਣ ਵਾਸਤੇ ਹਿਫਾਜ਼ਤੀ ਤਦਬੀਰਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ? ਅੱਗ ਲੱਗ ਜਾਏ ਤੇ ਉੱਥੇ ਜਿਹੜੇ ਉਹ ਸਿਲੰਡਰ ਹੋਣੇ ਚਾਹੀਦੇ ਨੇ। ਕੋਈ ਇਹੋ ਜਿਹਾ ਬੰਦੋਬਸਤ ਹੈ ਜਿਹੜਾ ਉਹ ਕਮ ਸੇ ਕਮ ਯੂਨੀਵਰਸਿਟੀਆਂ ਦੇ ਅੰਦਰ ਮਾਫੀ ਦੇ ਨਾਲ ਬਹੁਤ ਘੱਟ ਆ ਜਿਹੜਾ ਉਹ ਕਲਾਸਰੂਮਸ ਦੇ ਵਿੱਚ ਇਹ ਵੇਖਣ ਨੂੰ ਮਿਲਿਆ। ਤੇ ਇਹ ਟਿਊਸ਼ਨ ਸੈਂਟਰ ਤੇ ਇਹ ਹੈ ਕਿ ਜਿਹਦੇ ਕੋਲ ਥਾਂ ਹੈ ਉਹਨੇ ਮਹੱਲੇ ਦੇ ਬੱਚੇ ਇਕੱਠੇ ਕਰ ਲਏ ਤੇ ਜਦੋਂ ਜੀ ਹੈ ਟਿਊਸ਼ਨ ਪੜਾਉਣ ਵਾਲੀ ਆਪੀ ਇਹ ਕੰਮ ਚੱਲਣ ਦੇ। ਹੁਣ ਜਿਨ੍ਹਾਂ ਦੇ ਗਏ ਨੇ ਉਹਨਾਂ ਦੇ ਨਾਲ ਤੇ ਦੁੱਖ ਦਾ ਇਜ਼ਹਾਰ ਕੀਤਾ ਜਾ ਸਕਦਾ ਹੈ। ਬਾਕੀ ਜਿਹੜੇ 5 ਫਟਰ ਨਿਕਲੇ ਨੇ ਰੱਬ ਕਰੇ ਕਿ ਉਹਨਾਂ ਦੇ ਵਿੱਚੋਂ ਕਿਸੇ ਹੋਰ ਦੀ ਮੌਤ ਨਾ ਹੋਵੇ ਔਰ ਗਿਣਤੀ ਇੱਥੇ ਹੀ ਰੁਕ ਜਾਵੇ। ਪਰ ਹਰ ਕਹਿੰਦੇ ਨੇ ਕਿ ਅੱਖ ਆ ਜਿਹੜੀ ਉਹ ਰੋਣ ਡਈ ਇਸ ਇਲਾਕੇ ਦੀ ਕਿ ਇਹ ਮਾਸੂਮ ਬੱਚੇ ਨੇ ਜਿਹੜੇ ਇਹ ਚਲੇ ਗਏ। ਬਸ ਉਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਜਾਂਦੇ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਦੇ ਤੇ ਵੇਖ ਵੀ ਸਕਦੇ ਹੋ। ਹਫ਼ਤੇ 'ਚ 5 ਦਿਨ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਹਾਂ। ਜੇ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਗੈਰ ਜਾਨਬਦਾਰ ਖਬਰਾਂ ਨੇ ਜਿਹੜੀਆਂ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।